ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਪੰਜਾਬ ਜੀਕੇ ਦੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਆਪਣੀ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਜੀ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਫੈਕਟ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ 5 ਵੀਡੀਓ ਆਲਰੇਡੀ ਅਪਲੋਡ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਗੁਰੂ ਪੀਰੀਅਡ ਦੇ ਵਿੱਚੋਂ ਪਹਿਲੇ 5 ਗੁਰੂ ਸਾਹਿਬਾਨ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮਾਡਰਨ ਹਿਸਟਰੀ, ਮੀਡੀਵਲ ਹਿਸਟਰੀ, ਜੋਗਰਾਫੀ, ਪੰਜਾਬ ਜੀਕੇ, CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਐਂਡ ਤੱਕ ਅਟੈਂਡ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਸਟਾਰਟ ਕਰਦੇ ਹਾਂ ਆਪਣਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਤਾਂ ਸਲਾਈਡਸ ਨੂੰ ਦੇਖ ਕੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ। ਐਂਡ ਦੇ ਉੱਤੇ ਆਪਾਂ MCQ ਵੀ ਕਵਰ ਕਰਦੇ ਹਾਂ, ਤਾਂ MCQ ਵੀ ਕਵਰ ਕਰਿਆ ਕਰੋ, ਕਿਉਂਕਿ ਉਹਦੇ ਵਿੱਚ ਆਪਾਂ ਹਰ ਇੱਕ ਟੌਪਿਕ ਨੂੰ ਪੂਰੇ ਡਿਟੇਲ ਦੇ ਵਿੱਚ ਕਵਰ ਕਰਦੇ ਹਾਂ। ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ। ਤਾਂ ਸਟਾਰਟ ਕਰਦੇ ਹਾਂ ਆਪਣੀ ਵੀਡੀਓ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਉਹ ਇਹ ਪੁੱਛ ਲਿਆ ਜਾਂਦਾ ਕਿ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਕਦੋਂ ਹੋਇਆ ਅਤੇ ਕਿੱਥੇ ਹੋਇਆ। ਠੀਕ ਹੈ ਜੀ, ਆਪਾਂ ਨੂੰ ਹਰ ਗੁਰੂ ਸਾਹਿਬਾਨ ਬਾਰੇ ਹੀ ਪਤਾ ਹੋਣਾ ਚਾਹੀਦਾ ਹੈ। ਤਾਂ ਪਿਛਲੇ ਜਿੰਨੇ ਵੀ ਆਪਣੇ ਸੈਸ਼ਨ ਹੋਏ ਨੇ ਉਹ ਸਾਰੇ ਅਟੈਂਡ ਕਰਕੇ ਆਇਓ, ਕਿਉਂਕਿ ਗੁਰੂ ਪੀਰੀਅਡ ਦੇ ਵਿੱਚੋਂ ਆਪਾਂ ਨੂੰ ਕੁਐਸਚਨ ਹਰ ਵਾਰ ਪੁੱਛੇ ਜਾਂਦੇ ਨੇ। ਠੀਕ ਹੈ ਜੀ, ਸਭ ਤੋਂ ਮੋਸਟ ਇੰਪੋਰਟੈਂਟ ਟੌਪਿਕ ਹੈ। ਤਾਂ ਇਹ ਤੁਸੀਂ ਆਪਾਂ 10 ਗੁਰੂ ਸਾਹਿਬਾਨ ਬਾਰੇ ਕਵਰ ਕਰਾਂਗੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਆਪਾਂ ਪੂਰੇ ਡਿਟੇਲ ਦੇ ਵਿੱਚ ਪੜ੍ਹਾਂਗੇ। ਤਾਂ ਸਾਰੇ ਸੈਸ਼ਨ ਆਪਣੇ ਅਟੈਂਡ ਕਰਿਓ। ਤਾਂ ਜਨਮ ਇਹਨਾਂ ਦਾ ਹੋਇਆ ਸੀ 14 ਜੂਨ 1595 ਈਸਵੀ ਨੂੰ। ਕਿੱਥੇ ਹੋਇਆ ਸੀ? ਗੁਰੂ ਕੀ ਵਡਾਲੀ। ਠੀਕ ਹੈ ਜੀ, ਗੁਰੂ ਕੀ ਵਡਾਲੀ ਕਿੱਥੇ ਹੈ? ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ। ਠੀਕ ਹੈ, ਤਾਂ ਇਹਨਾਂ ਦਾ ਇੱਥੇ ਜਨਮ ਹੋਇਆ ਸੀ ਗੁਰੂ ਕੀ ਵਡਾਲੀ ਅੰਮ੍ਰਿਤਸਰ ਦੇ ਵਿੱਚ, ਸ਼੍ਰੀ ਗੁਰੂ ਹਰਗੋਬਿੰਦ ਜੀ ਦਾ। ਅਗਲਾ ਜਿਹੜਾ ਆਪਾਂ ਨੂੰ ਪੁੱਛ ਲਿਆ ਜਾਂਦਾ ਹੈ ਕਿ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਦੱਸੋ। ਤਾਂ ਇਹਨਾਂ ਦੇ ਮਾਤਾ ਦਾ ਨਾਮ ਸੀ ਮਾਤਾ ਗੰਗਾ ਜੀ। ਠੀਕ ਹੈ ਜੀ, ਪਿਤਾ ਦਾ ਨਾਮ ਸੀ ਗੁਰੂ ਅਰਜਨ ਦੇਵ ਜੀ। ਤਾਂ ਆਪਣੇ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਪਿਤਾ ਜੀ ਸੀਗੇ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਪੁੱਛ ਲਿਆ ਜਾਂਦਾ ਇਹਨਾਂ ਦੇ ਧਰਮ ਪਤਨੀ ਬਾਰੇ, ਸਪਾਊਸ ਬਾਰੇ। ਠੀਕ ਹੈ ਜੀ, ਤਾਂ ਇਹਨਾਂ ਦੇ 3 ਮਹਿਲ ਸੀ। ਤਾਂ ਮਹਿਲ ਮਤਲਬ ਆਪਾਂ ਇੱਕ ਰਿਸਪੈਕਟ ਵਜੋਂ ਇਹਨਾਂ ਨੂੰ ਕਹਿੰਦੇ ਨੇ ਕਿ ਮਤਲਬ ਇਹਨਾਂ ਦੇ 3 ਮਹਿਲ ਸੀ। ਉਹਨਾਂ ਦੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਬੀਬੀ ਦਮੋਦਰੀ ਜੀ, ਬੀਬੀ ਨਾਨਕੀ ਜੀ ਅਤੇ ਬੀਬੀ ਮਹਾਦੇਵੀ ਜੀ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਅਗਲਾ ਜਿਹੜਾ ਆਪਾਂ ਨੂੰ ਇਹਨਾਂ ਦੀ ਸੰਤਾਨ ਬਾਰੇ, ਇਹਨਾਂ ਦੇ ਬੱਚਿਆਂ ਬਾਰੇ ਪੁੱਛ ਲਿਆ ਜਾਂਦਾ ਹੈ। ਤਾਂ ਇਹਨਾਂ ਦੇ ਬੱਚਿਆਂ ਦੇ ਨਾਮ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ, ਬਾਬਾ ਗੁਰਦਿੱਤਾ ਜੀ, ਸੂਰਜਮਲ, ਅਨੀ ਰਾਏ, ਅਟਲ ਰਾਏ, ਤੇਗ ਬਹਾਦਰ ਅਤੇ ਬੀਬੀ ਵੀਰੋ। ਠੀਕ ਹੈ ਜੀ, ਤੇਗ ਬਹਾਦਰ ਮਤਲਬ ਜਿਹੜੇ ਆਪਣੇ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ, ਤਾਂ ਇਹ ਇਹਨਾਂ ਦੇ ਪੁੱਤਰ ਸੀਗੇ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਇਹਨਾਂ ਦੇ ਬੱਚੇ ਸੀ। ਤਾਂ ਅਗਲਾ ਜਿਹੜਾ ਪੁਆਇੰਟ ਇਹਨਾਂ ਬਾਰੇ ਪੁੱਛ ਲਿਆ ਜਾਂਦਾ ਉਹ ਹੈ ਜੋਤੀ ਜੋਤ ਕਦੋਂ ਸਮਾਏ? 3 ਮਾਰਚ 1644 ਈਸਵੀ ਨੂੰ। ਠੀਕ ਹੈ ਜੀ, ਤਾਂ ਜਿੰਨਾ ਡੀਪਲੀ ਹੋ ਸਕੇ ਆਪਾਂ ਤੁਹਾਨੂੰ ਉੱਥੋਂ ਤੱਕ ਲਿਜਾ ਰਹੇ ਹਾਂ। ਠੀਕ ਹੈ, ਜਿੰਨਾ ਵੀ ਡੀਪਲੀ, ਇਸ ਤੋਂ ਜ਼ਿਆਦਾ ਤੁਹਾਨੂੰ ਡੀਪਲੀ ਨਹੀਂ ਪੁੱਛ ਸਕਦੇ। ਤਾਂ ਇਹ ਇਹਨਾਂ ਬਾਰੇ ਬੇਸਿਕ ਇਨਫੋਰਮੇਸ਼ਨ ਹੈ ਜਿਹੜੀ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਬਾਕੀ ਇਹਨਾਂ ਬਾਰੇ ਜਿੰਨੇ ਇੰਪੋਰਟੈਂਟ ਪੁਆਇੰਟ ਨੇ ਆਪਾਂ ਇੱਕ ਵੀ ਫੈਕਟ ਇਹਨਾਂ ਦਾ ਮਿਸ ਨਹੀਂ ਕਰਾਂਗੇ। ਸਾਰੇ ਪੁਆਇੰਟ ਜਿਹੜੇ ਇਹਨਾਂ ਦੇ ਨਾਲ ਰਿਲੇਟਡ ਨੇ ਉਹ ਆਪਾਂ ਕਵਰ ਕਰਾਂਗੇ। ਠੀਕ ਹੈ ਜੀ, ਤਾਂ ਅਗਲਾ ਜਿਹੜਾ ਪੁਆਇੰਟ ਹੈ ਉਹ ਤੁਹਾਨੂੰ ਹਰ ਇੱਕ ਗੁਰੂ ਸਾਹਿਬਾਨ ਬਾਰੇ ਹੀ ਪਤਾ ਹੋਣਾ ਚਾਹੀਦਾ ਕਿ ਕੰਟੈਂਪਰੇਰੀ ਜਿਹੜੇ ਰੂਲਰ ਨੇ, ਮਤਲਬ ਜਿਹੜੇ ਸਮਕਾਲੀ ਸ਼ਾਸਕ ਨੇ, ਕਿਉਂਕਿ ਉਦੋਂ ਮੁਗਲ ਪੀਰੀਅਡ ਚੱਲ ਰਿਹਾ ਸੀ। ਤਾਂ ਕੰਟੈਂਪਰੇਰੀ ਰੂਲਰ ਜਿਹੜੇ ਇਹਨਾਂ ਦੇ ਸੀ ਉਹ 2 ਸੀਗੇ, ਜਹਾਂਗੀਰ ਅਤੇ ਸ਼ਾਹਜਹਾਂ। ਠੀਕ ਹੈ ਜੀ, ਤਾਂ ਜਹਾਂਗੀਰ ਆਪਾਂ ਨੂੰ ਪਤਾ ਕਿ ਕੱਟੜ ਬਾਦਸ਼ਾਹ ਸੀ। ਤਾਂ ਜਹਾਂਗੀਰ ਨੇ ਹੀ ਇਹਨਾਂ ਦੇ ਪਿਤਾ ਜੀ ਨੂੰ, ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ, ਆਪਣੇ 5ਵੇਂ ਪਾਤਸ਼ਾਹ ਨੂੰ ਤੱਤੀ ਤਵੀ 'ਤੇ ਬਿਠਾ ਕੇ ਇਹਨਾਂ ਨੇ ਸ਼ਹੀਦ ਕੀਤਾ ਸੀ। ਤਾਂ ਇੱਕ ਚੀਜ਼ ਤੁਸੀਂ ਇਹਨਾਂ ਬਾਰੇ ਯਾਦ ਰੱਖਣੀ ਹੈ ਸ਼੍ਰੀ ਗੁਰੂ ਹਰਗੋਬਿੰਦ ਜੀ ਬਾਰੇ, ਉਹ ਇਹ ਹੈ ਕਿ ਇਸ ਤੋਂ ਪਹਿਲਾਂ ਜਿਹੜੇ ਆਪਣੇ 5 ਗੁਰੂ ਸਾਹਿਬਾਨ ਹੋਏ ਨੇ, ਇਹਨਾਂ ਨੂੰ ਮਤਲਬ ਇਹਨਾਂ ਨੇ ਜਿਹੜੇ ਮੁਗਲਾਂ ਨੇ ਬਹੁਤ ਜ਼ਿਆਦਾ ਤਸੀਹੇ ਦਿੱਤੇ। ਬਟ ਆਪਣੇ ਜਿਹੜੇ 6ਵੇਂ ਗੁਰੂ ਸਾਹਿਬਾਨ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ, ਜਦੋਂ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਇਹਨਾਂ ਦੇ ਪਿਤਾ ਜੀ ਨੂੰ ਇੰਨੇ ਜ਼ਿਆਦਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਠੀਕ ਹੈ ਜੀ, ਤਾਂ ਇਹ ਜਿਹੜੀਆਂ ਗੱਲਾਂ ਸੀ ਆਪਣੇ ਸਿੱਖ ਧਰਮ ਤੋਂ ਸਹਿਣ ਨਹੀਂ ਹੋਈਆਂ। ਠੀਕ ਹੈ ਜੀ, ਤਾਂ ਇਹਨੂੰ ਸਹਿਆ ਨਹੀਂ ਜਾ ਸਕਦਾ ਸੀ, ਕਿਉਂਕਿ ਇਹ ਬਹੁਤ ਵੱਡੀ ਗੱਲ ਸੀ ਤੱਤੀ ਤਵੀ ਦੇ ਉੱਤੇ ਬਿਠਾ ਕੇ ਇੰਨੇ ਤਸੀਹੇ ਦੇ ਕੇ ਸ਼ਹੀਦ ਕਰਨਾ। ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਐਵੇਂ ਸ਼ਹੀਦ ਕੀਤਾ ਗਿਆ ਤੱਤੀ ਤਵੀ 'ਤੇ ਬਿਠਾ ਕੇ, ਤਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਤੋਂ ਇਹ ਗੱਲ ਸਹੀ ਨਾ ਗਈ। ਤਾਂ ਉਹਨਾਂ ਨੇ ਮਤਲਬ ਸਿੱਖਾਂ ਨੂੰ ਇੱਕ ਰਾਇਲ ਲੁੱਕ ਦਿੱਤੀ ਸੀ। ਠੀਕ ਹੈ ਜੀ, ਤਾਂ ਜਿਵੇਂ ਇੱਕ ਰਾਜੇ ਮਹਾਰਾਜੇ ਰਹਿੰਦੇ ਨੇ, ਜਿਵੇਂ ਉਹਨਾਂ ਦੇ ਕਈ ਗਾਰਡਸ ਹੁੰਦੇ ਨੇ, ਠੀਕ ਹੈ ਜੀ, ਉਹਨਾਂ ਦੀ ਪ੍ਰੋਟੈਕਸ਼ਨ ਹੁੰਦੀ ਹੈ, ਤਾਂ ਉਸੇ ਤਰ੍ਹਾਂ ਇਹਨਾਂ ਨੇ ਰਹਿਣਾ ਸ਼ੁਰੂ ਕੀਤਾ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ। ਤਾਂ ਇਹਨਾਂ ਬਾਰੇ ਜ਼ਿਆਦਾਤਰ ਇਹ ਕੁਐਸਚਨ ਆਉਂਦੇ ਨੇ ਕਿ ਕਲਗੀ ਕਿਹਨੇ ਪਹਿਨੀ, ਠੀਕ ਹੈ ਜੀ, ਇੱਕ ਰਾਇਲ ਲੁੱਕ ਕਿਹਨੇ ਮਤਲਬ ਧਾਰਨ ਕੀਤੀ। ਤਾਂ ਉਹ ਆਪਣੇ ਸ਼੍ਰੀ ਗੁਰੂ ਹਰਗੋਬਿੰਦ ਜੀ ਤੋਂ ਇਹ ਸਿਲਸਿਲਾ ਜਿਹੜਾ ਉਹ ਚੱਲਿਆ।
ਠੀਕ ਹੈ, ਉਹ ਤਾਂ ਚੱਲਿਆ ਕਿਉਂਕਿ ਆਪਣੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਇਹ ਪਤਾ ਲੱਗ ਗਿਆ ਸੀ ਕਿ ਜੇਕਰ ਆਪਾਂ ਐਵੇਂ ਦਬੇ ਰਹਾਂਗੇ, ਠੀਕ ਹੈ, ਆਪਾਂ ਨੋਰਮਲ ਇਹਨਾਂ ਨਾਲ ਬਿਹੇਵ ਕਰਾਂਗੇ, ਇਹ ਆਪਾਂ ਨੂੰ ਇੰਨੇ ਤਸੀਹੇ ਦੇ ਦੇ ਕੇ ਸ਼ਹੀਦ ਕਰ ਰਹੇ ਨੇ ਅਤੇ ਆਪਾਂ ਇਹਨਾਂ ਨੂੰ ਮਤਲਬ ਕੋਈ ਰਿਐਕਸ਼ਨ ਨਹੀਂ ਦੇ ਰਹੇ, ਤਾਂ ਇਹ ਮਤਲਬ ਵਧੀਆ ਗੱਲ ਨਹੀਂ ਸੀ। ਤਾਂ ਇਹਨਾਂ ਨੇ ਕਿਹਾ ਕਿ ਆਪਾਂ ਨੂੰ ਇੱਕ ਮਿਲਟਰੀ ਦੇ ਵਾਂਗੂ ਇੱਕ ਮਿਲਟਰੀ ਤਿਆਰ ਕਰਨੀ ਪਊ, ਹਥਿਆਰ ਆਪਾਂ ਨੂੰ ਰੱਖਣੇ ਪੈਣਗੇ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਇੱਥੋਂ ਸਟਾਰਟ ਹੋਈਆਂ ਸੀ ਆਪਣੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਤੋਂ। ਤਾਂ ਉਹ ਕਿਉਂ ਹੋਈਆਂ ਸੀ, ਉਹਦਾ ਮਤਲਬ ਇੱਕ ਇਹਦਾ ਇਹ ਰਿਐਕਸ਼ਨ ਸੀ, ਕਿਉਂਕਿ ਜਦੋਂ ਆਪਾਂ ਨੂੰ ਇੰਨੇ ਤਸੀਹੇ ਦੇ ਰਹੇ ਸੀ ਤਾਂ ਇਹਦਾ ਇੱਕ ਰਿਐਕਸ਼ਨ ਸੀ, ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਤੁਹਾਡੇ ਮਾਈਂਡ ਦੇ ਵਿੱਚ ਇੱਕ ਇਮੇਜ ਬਣ ਜੂ ਕਿ ਆਪਣਾ ਜਿਹੜਾ ਸਿੱਖਾਂ ਨੂੰ ਹਥਿਆਰ ਰੱਖਣੇ, ਠੀਕ ਹੈ, ਤਾਂ ਇਹ ਚੀਜ਼ਾਂ ਕਿੱਥੋਂ ਸਟਾਰਟ ਹੋਈਆਂ, ਤਾਂ ਇਹ ਆਪਣੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਤੋਂ ਸਟਾਰਟ ਹੋਈਆਂ। ਤਾਂ ਇਸ ਤੋਂ ਬਾਅਦ ਜਿਹੜੀ ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਇਹਨਾਂ ਬਾਰੇ ਅਕਸਰ ਹੀ ਪੁੱਛਿਆ ਜਾਂਦਾ ਹੈ, ਕਿ ਬਹੁਤ ਵਾਰ ਪੁੱਛਿਆ ਗਿਆ, ਹਰ ਇੱਕ ਪੇਪਰ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ, ਇਹਨਾਂ ਨੇ 2 ਤਲਵਾਰਾਂ ਪਹਿਨੀਆਂ ਸੀ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ, ਮੀਰੀ ਅਤੇ ਪੀਰੀ, ਠੀਕ ਹੈ ਜੀ। ਤਾਂ ਮੀਰੀ ਅਤੇ ਪੀਰੀ ਇਹਨਾਂ ਨੇ 2 ਤਲਵਾਰਾਂ ਪਹਿਨੀਆਂ ਸੀ। ਤਾਂ ਮੀਰੀ ਅਤੇ ਪੀਰੀ ਦਾ ਮਤਲਬ ਕੀ ਸੀ, ਇਹਨਾਂ ਨੇ ਇਹ ਨਹੀਂ ਕਿ ਆਪਾਂ ਮਤਲਬ ਚੱਕ ਕੇ ਇਹਨਾਂ ਨੇ 2 ਤਲਵਾਰਾਂ ਪਹਿਨ ਲਈਆਂ, ਇਹਨਾਂ ਦਾ ਇੱਕ ਮਕਸਦ ਸੀ, ਠੀਕ ਹੈ ਜੀ। ਤਾਂ ਜਿਹੜੀ ਮੀਰੀ ਸੀ ਉਹ ਤਾਂ ਦੁਨਿਆਵੀ ਰਾਹ ਲਈ ਸੀ, ਠੀਕ ਹੈ ਜੀ, ਅਤੇ ਜਿਹੜੀ ਪੀਰੀ ਸੀ ਉਹ ਰਿਲੀਜੀਅਸ ਪੱਥ ਲਈ ਸੀ, ਠੀਕ ਹੈ ਜੀ। ਤਾਂ ਇਹਨਾਂ ਦਾ ਕਹਿਣ ਦਾ ਮਕਸਦ ਇਹ ਸੀ ਕਿ ਆਪਾਂ 2 ਰਾਹਾਂ ਨੂੰ ਇਹਨਾਂ ਨੂੰ ਪੈਰਲਲ ਲੈ ਕੇ ਚੱਲਣਾ, ਠੀਕ ਹੈ ਜੀ। ਅਤੇ ਆਪਾਂ ਨੂੰ ਇਹ ਨਹੀਂ ਹੈਗਾ ਕਿ ਆਪਾਂ ਸਿਰਫ ਰਿਲੀਜੀਅਸ ਪੱਖ ਹੀ ਸੋਚਣਾ, ਠੀਕ ਹੈ, ਇਹ ਨਹੀਂ ਹੈਗਾ ਕਿ ਆਪਾਂ ਸਿਰਫ ਆਪਣੇ ਧਰਮ ਬਾਰੇ ਜਾਂ ਆਪਣੇ ਰਿਲੀਜਨ ਬਾਰੇ ਇਹ ਦੁਨੀਆ ਦੇ ਵਿੱਚ ਹੀ ਰਹਿਣਾ, ਆਪਾਂ ਨੂੰ ਦੁਨਿਆਵੀ ਦੁਨੀਆ ਦੇ ਬਾਰੇ ਵੀ ਨੌਲੇਜ ਹੋਣੀ ਚਾਹੀਦੀ ਹੈ, ਠੀਕ ਹੈ। ਤਾਂ ਇਹ ਦੁਨਿਆਵੀ ਰਾਹ ਅਤੇ ਮਤਲਬ ਰਿਲੀਜੀਅਸ ਪੱਥ, ਧਾਰਮਿਕ ਰਾਹ, ਇਹ ਇਹਨਾਂ ਨੇ 2 ਤਲਵਾਰਾਂ ਪਹਿਨੀਆਂ ਸੀ, ਮੀਰੀ ਅਤੇ ਪੀਰੀ। ਮੀਰੀ ਮਤਲਬ ਦੁਨਿਆਵੀ, ਠੀਕ ਹੈ, ਆਪਾਂ ਨੂੰ ਦੁਨੀਆਦਾਰੀ ਦੀ ਵੀ ਸਮਝ ਹੋਣੀ ਚਾਹੀਦੀ ਹੈ ਕਿ ਆਪਣੇ ਨਾਲ ਕੀ ਹੋ ਰਿਹਾ, ਕੀ ਵਾਪਰ ਰਿਹਾ, ਠੀਕ ਹੈ ਜੀ। ਤਾਂ ਇਹ ਇਹਨਾਂ ਨੇ 2 ਤਲਵਾਰਾਂ ਪਹਿਨੀਆਂ ਸੀ, ਮੀਰੀ ਅਤੇ ਪੀਰੀ। ਇਹਨਾਂ ਬਾਰੇ ਅਕਸਰ ਹੀ ਕੁਐਸਚਨ ਪੁੱਛ ਲਿਆ ਜਾਂਦਾ, ਤੁਸੀਂ ਬਹੁਤ ਵਾਰ ਦੇਖਿਆ ਹੋਊਗਾ, ਠੀਕ ਹੈ ਜੀ। ਤਾਂ ਅਗਲਾ ਜਿਹੜਾ ਪੁਆਇੰਟ ਹੈ, ਇਹਨਾਂ ਬਾਰੇ ਮੈਂ ਸਾਰੇ ਪੁਆਇੰਟ ਜਿੰਨੇ ਵੀ ਇੰਪੋਰਟੈਂਟ ਨੇ ਉਹ ਇੱਥੇ ਰੱਖੇ ਹੋਏ ਨੇ। ਅਡੋਪਟ ਕਲਗੀ, ਠੀਕ ਹੈ ਜੀ, ਕਲਗੀ ਧਾਰਨ ਕੀਤੀ। ਤਾਂ ਇਹ ਕਿਉਂ ਕੀਤਾ, ਇਹ ਸਾਰਾ ਕੁਝ ਇਹਨਾਂ ਨੇ ਰਿਐਕਸ਼ਨ ਦੇ ਪ੍ਰਤੀ ਕੀਤਾ ਕਿ ਆਪਾਂ ਨੂੰ ਮਤਲਬ ਇੱਕ ਆਪਣੀ ਲੁੱਕ ਹੋਣੀ ਚਾਹੀਦੀ ਹੈ ਅਲੱਗ, ਠੀਕ ਹੈ ਜੀ। ਤਾਂ ਜਿਹੜੀ ਖਾਲਸਾ ਪੰਥ ਦੀ ਸਾਜਨਾ ਉਹ ਤਾਂ ਅੱਗੇ ਜਾ ਕੇ ਹੋਣੀ ਹੈ, ਆਪਣੇ 10ਵੇਂ ਪਾਤਸ਼ਾਹ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ, ਬਟ ਇੱਕ ਰੋਇਲ ਮਤਲਬ ਜਿਹੜੀ ਲੁੱਕ ਸੀ ਉਹ ਇੱਥੋਂ ਹੀ ਆਪਾਂ ਨੂੰ ਮਿਲਣੀ ਸਟਾਰਟ ਹੋ ਗਈ ਸੀ, ਠੀਕ ਹੈ। ਇੱਥੋਂ ਇਹ ਚੀਜ਼ ਚੱਲ ਪਈ ਸੀ, ਮਤਲਬ ਇੱਕ ਰਿਐਕਸ਼ਨ ਦੇ ਤੌਰ 'ਤੇ ਕਿ ਆਪਾਂ ਨੂੰ ਮਤਲਬ ਇੱਕ ਆਪਣਾ ਅਲੱਗ ਰੂਪ ਹੋਣਾ ਚਾਹੀਦਾ, ਅਲੱਗ ਰੰਗ ਰੂਪ ਹੋਣਾ ਚਾਹੀਦਾ, ਠੀਕ ਹੈ। ਆਪਣੀ ਇੱਕ ਅਲੱਗ ਮਿਲਟਰੀ ਹੋਣੀ ਚਾਹੀਦੀ, ਆਪਣੇ ਕੋਲ ਹਥਿਆਰ ਹੋਣੇ ਚਾਹੀਦੇ ਨੇ, ਤਾਂ ਨਹੀਂ ਤਾਂ ਇਹ ਆਪਣੀ ਕੌਮ ਨੂੰ ਖਤਮ ਕਰ ਦੇਣਗੇ, ਠੀਕ ਹੈ ਜੀ। ਤਾਂ ਕਲਗੀ ਇਹਨਾਂ ਨੇ ਧਾਰਨ ਕੀਤੀ ਸੀ। ਰੋਇਲ ਲੁੱਕ, ਕਈ ਵਾਰੀ ਬਾਏ ਚਾਂਸ ਤੁਹਾਨੂੰ ਕੁਐਸਚਨ ਮੋਲਡ ਕਰਕੇ ਪਾ ਦੇਣ ਕਿ ਆਦਰਸ਼ ਦਿੱਖ, ਰੋਇਲ ਲੁੱਕ, ਤਾਂ ਇਹ ਸ਼੍ਰੀ ਗੁਰੂ ਹਰਗੋਬਿੰਦ ਜੀ ਤੋਂ ਸਟਾਰਟ ਹੋਈ ਸੀ, ਠੀਕ ਹੈ ਜੀ। ਤਾਂ ਕਲਗੀ ਇਹਨਾਂ ਨੇ ਪਹਿਨੀ ਸੀ, ਰੋਇਲ ਲੁੱਕ ਇਹਨਾਂ ਦੀ ਸੀ। ਇੱਕ ਇਹਨਾਂ ਨੇ ਹੋਰ ਚੀਜ਼ ਕਹੀ ਸੀ ਕਿ ਤੁਸੀਂ ਹਥਿਆਰਬੰਦ ਹੋ ਸਾਰੇ, ਠੀਕ ਹੈ ਜੀ। ਤਾਂ ਹਥਿਆਰ ਹੋਣੇ ਤੁਹਾਡੇ ਕੋਲ ਜ਼ਰੂਰੀ ਨੇ, ਠੀਕ ਹੈ। ਹਥਿਆਰ ਇਹਨਾਂ ਨੇ ਮੰਗਵਾਏ ਵੀ ਸੀ, ਕਿਲਿਆਂ ਦੇ ਵਿੱਚ ਇਹਨਾਂ ਨੇ ਜਮ੍ਹਾਂ ਵੀ ਕੀਤੇ ਸੀ ਹਥਿਆਰ, ਆਪਣੀ ਪ੍ਰੋਟੈਕਸ਼ਨ ਦੇ ਲਈ, ਨਾ ਕਿ ਕਿਸੇ ਨੂੰ ਮਾਰਨ ਦੇ ਲਈ। ਇਹ ਇੱਕ ਰਿਐਕਸ਼ਨ ਸੀ, ਮਤਲਬ ਕਿਉਂਕਿ ਮੁਗਲ ਉਦੋਂ ਇੰਨੇ ਅਤਿਆਚਾਰ ਕਰ ਰਹੇ ਸੀ, ਤਾਂ ਸਿਰਫ ਆਪਣੀ ਪ੍ਰੋਟੈਕਸ਼ਨ ਦੇ ਲਈ ਤੁਹਾਡੇ ਕੋਲ ਹਥਿਆਰ ਹੋਣਾ ਚਾਹੀਦਾ। ਤਾਂ ਸੇ ਟੂ ਕੀਪ ਵੈਪਨਸ, ਹਥਿਆਰਬੰਦ ਹੋਣ ਲਈ ਇਹਨਾਂ ਨੇ ਕਿਹਾ ਸੀ ਸਾਰਿਆਂ ਨੂੰ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖਿਓ, ਇਹ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ। ਅਗਲਾ ਜਿਹੜਾ ਪੁਆਇੰਟ ਹੈ, ਕਾਲਡ ਸੱਚਾ ਪਾਤਸ਼ਾਹ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਮਤਲਬ ਇਹ ਨਹੀਂ ਕਿ ਇਹ ਕੋਈ ਈਗੋਇਸਟਿਕ ਪਰਸਨ ਸੀਗੇ ਕਿ ਇਹਨਾਂ ਨੇ ਆਪਾਂ ਨੂੰ ਇਹ ਕਹਿਲਵਾਇਆ, ਮਤਲਬ ਆਪਣੇ ਖੁਦ ਨੂੰ ਇਹਨਾਂ ਨੇ ਕਿਹਾ ਕਿ ਮੈਨੂੰ ਤੁਸੀਂ ਸੱਚਾ ਪਾਤਸ਼ਾਹ ਦੇ ਨਾਮ ਨਾਲ ਸੰਬੋਧਿਤ ਕਰੋਗੇ, ਠੀਕ ਹੈ। ਤਾਂ ਇਹ ਕੋਈ ਈਗੋਇਸਟਿਕ ਗੱਲਾਂ ਨਹੀਂ ਸੀ, ਬਟ ਇਹ ਇਹਨਾਂ ਨੂੰ ਕਰਨਾ ਪਿਆ। ਇਹ ਕਿਉਂ ਕਰਨਾ ਪਿਆ, ਕਿਉਂਕਿ ਇਹ ਇੱਕ ਰਿਐਕਸ਼ਨ ਸੀ ਇਹਨਾਂ ਦਾ, ਠੀਕ ਹੈ। ਮਤਲਬ ਇਹ ਮੁਗਲਾਂ ਦੇ ਪ੍ਰਤੀ ਇੱਕ ਰਿਐਕਸ਼ਨ ਸੀ। ਗੁਰੂ ਹਰਗੋਬਿੰਦ ਜੀ ਨੇ ਇਹ ਕਿਹਾ ਸੀ ਕਿ ਨਹੀਂ ਤਾਂ ਇਹ ਆਪਾਂ ਨੂੰ ਮਤਲਬ ਆਪਾਂ ਨੂੰ ਈਜ਼ੀਲੀ ਲੈਣਗੇ ਇਹ ਆਪਾਂ ਨੂੰ, ਠੀਕ ਹੈ। ਤਾਂ ਆਪਣੀ ਇੱਕ ਇਹਨਾਂ ਨੂੰ ਵੀ ਖਿੱਚ ਹੋਣੀ ਚਾਹੀਦੀ ਹੈ ਕਿ ਸੱਚਾ ਪਾਤਸ਼ਾਹ ਇਹ ਕੌਣ ਨੇ, ਇਹਨਾਂ ਨੂੰ ਕਿਉਂ ਕਿਹਾ ਜਾਂਦਾ, ਠੀਕ ਹੈ। ਤਾਂ ਇਹਨਾਂ ਦੇ ਮਾਈਂਡ ਦੇ ਵਿੱਚ ਇਹ ਕੁਐਸਚਨ ਹੋਣੇ ਚਾਹੀਦੇ ਨੇ, ਠੀਕ ਹੈ। ਤਾਂ ਇਹ ਸੱਚਾ ਪਾਤਸ਼ਾਹ ਕਹਾਏ, ਇਹ ਟਰਮ ਜਿਹੜੀ ਇਹਨਾਂ ਨੇ ਯੂਜ਼ ਕੀਤੀ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਗੁਰੂ ਸਾਹਿਬਾਨ ਨੇ ਸੱਚਾ ਪਾਤਸ਼ਾਹ ਦਾ ਟਾਈਟਲ ਆਪਾਂ ਕਹਿ ਸਕਦੇ ਹਾਂ। ਤਾਂ ਸੱਚਾ ਪਾਤਸ਼ਾਹ ਕਹਾਏ ਸੀਗੇ ਸ਼੍ਰੀ ਗੁਰੂ ਹਰਗੋਬਿੰਦ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲੀ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ, ਕੰਸਟਰਕਸ਼ਨ ਆਫ ਸ਼੍ਰੀ ਅਕਾਲ ਤਖਤ ਸਾਹਿਬ 1609 ਈਸਵੀ ਦੇ ਵਿੱਚ, ਠੀਕ ਹੈ ਜੀ। ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਕਿ ਸਭ ਤੋਂ ਪੁਰਾਣਾ ਤਖਤ ਹੈ ਆਪਣਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਜਿਹੜਾ ਆਪਣਾ ਤਖਤ ਦੀ ਉਸਾਰੀ ਕਿਹੜੇ ਦੀ ਹੋਈ ਸੀ, ਸ਼੍ਰੀ ਅਕਾਲ ਤਖਤ ਸਾਹਿਬ। ਇਹ ਕਿੱਥੇ ਹੈ, ਇਹ ਅੰਮ੍ਰਿਤਸਰ ਦੇ ਵਿੱਚ ਹੈ, ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ, ਸ਼੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ, ਠੀਕ ਹੈ ਜੀ। ਤਾਂ ਇਹ ਇਹਨਾਂ ਨੇ ਇਹਦੀ ਕੰਸਟਰਕਸ਼ਨ ਕਰਵਾਈ ਸੀ। ਇਹ ਚੀਜ਼ਾਂ ਇਹਨਾਂ ਨੇ ਕਿਉਂ ਬਣਵਾਈਆਂ ਸੀ, ਠੀਕ ਹੈ ਜੀ। ਤਾਂ ਕੰਸਟਰਕਸ਼ਨ ਇਹਨਾਂ ਨੇ ਅਕਾਲ ਤਖਤ ਦੀ ਇਸ ਲਈ ਕਰਵਾਈ ਸੀ ਕਿਉਂਕਿ ਵੀ ਮਤਲਬ ਜਿਹੜਾ ਸਿੱਖਾਂ ਨੂੰ ਪੋਲੀਟੀਕਲ ਪੱਖ ਤੋਂ ਵੀ ਮਤਲਬ ਹਰ ਇੱਕ ਪੱਖ ਤੋਂ ਇਹਨਾਂ ਨੂੰ ਸਟਰੋਂਗ ਕੀਤਾ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ। ਤਾਂ ਜਿਹੜੇ ਮਤਲਬ ਜਿੰਨਾ ਵੀ ਸਰਬੱਤ ਖਾਲਸਾ ਦੀ ਮੀਟਿੰਗ
ਸਰਬੱਤ ਖਾਲਸਾ ਤਾਂ ਉਸ ਟਾਈਮ ਤੇ ਨਹੀਂ ਸੀ, ਬਟ ਸਿੱਖਾਂ ਨੂੰ ਇਕੱਠੇ ਹੋਣਾ, ਠੀਕ ਹੈ, ਕਿ ਆਪਾਂ ਅੱਗੇ ਕੀ ਕਰਨਾ, ਪਲੈਨਿੰਗ ਵਗੈਰਾ ਕਰਨਾ, ਠੀਕ ਹੈ, ਉਹ ਸਾਰਾ ਮਤਲਬ ਇੱਥੇ ਹੁੰਦਾ ਸੀ। ਤਾਂ ਇੱਕ ਉੱਥੇ ਥਰੋਨ ਵੀ ਬਣਾਇਆ ਗਿਆ ਅਕਾਲ ਤਖਤ ਸਾਹਿਬ ਦੇ ਵਿੱਚ, ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਜੀ ਮਤਲਬ ਬੈਠਦੇ ਸੀ, ਠੀਕ ਹੈ, ਅਤੇ ਸਾਰੀਆਂ ਹਦਾਇਤਾਂ ਦਿੰਦੇ ਸੀ। ਤਾਂ ਸ਼੍ਰੀ ਅਕਾਲ ਤਖਤ ਸਾਹਿਬ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, 1609 ਈਸਵੀ ਦੇ ਵਿੱਚ ਤਾਂ ਇਹਨਾਂ ਨੇ ਕੰਸਟਰਕਸ਼ਨ ਕਰਵਾਈ ਸੀ, ਸ਼੍ਰੀ ਗੁਰੂ ਹਰਗੋਬਿੰਦ ਜੀ ਨੇ। ਅਗਲਾ ਜਿਹੜਾ ਪੁਆਇੰਟ ਹੈ, ਸਟਾਰਟ ਫੋਰਟੀਫਿਕੇਸ਼ਨ ਆਫ ਅੰਮ੍ਰਿਤਸਰ ਐਂਡ ਫੋਰਟ ਬਿਲਟ ਮਿਡਲ ਆਫ ਦੀ ਟਾਊਨ ਵਿਚ ਨੇਮਡ ਲੋਹਗੜ੍ਹ। ਅੱਛਾ ਜੀ, ਇਹਦਾ ਮਤਲਬ ਇਹ ਹੈ ਕਿ ਇਹਨਾਂ ਨੇ ਕਿਲ੍ਹੇਬੰਦੀ ਕਰਵਾਉਣੀ ਸ਼ੁਰੂ ਕੀਤੀ ਅੰਮ੍ਰਿਤਸਰ ਦੀ। ਉਹ ਕਿਉਂ ਕੀਤੀ? ਕਿਉਂਕਿ ਸਾਰੇ ਮੁਗਲਾਂ ਦੀ ਅੱਖ ਇਹਨਾਂ 'ਤੇ ਸੀ ਕਿ ਇਹਨਾਂ ਨੂੰ ਆਪਾਂ ਨੂੰ ਜਿਹੜਾ ਸਿੱਖਾਂ ਦੇ ਉੱਤੇ ਇਹਨਾਂ ਨੇ ਜ਼ੁਲਮ ਕਰਨੇ ਸੀ। ਤਾਂ ਫੋਰਟੀਫਿਕੇਸ਼ਨ ਇਹਨਾਂ ਨੇ ਸਿਰਫ ਆਪਣੀ ਪ੍ਰੋਟੈਕਸ਼ਨ ਦੇ ਲਈ ਫੋਰਟੀਫਿਕੇਸ਼ਨ ਕੀਤੀ, ਠੀਕ ਹੈ, ਕਿਲ੍ਹੇਬੰਦੀ ਕੀਤੀ। ਤਾਂ ਇੱਕ ਕਿਲ੍ਹੇ ਬਾਰੇ ਤੁਹਾਨੂੰ ਜਿਹੜਾ ਕੁਐਸਚਨ ਪੁੱਛ ਲਿਆ ਜਾਂਦਾ ਉਹ ਹੈ ਲੋਹਗੜ੍ਹ ਕਿਲ੍ਹਾ, ਠੀਕ ਹੈ। ਲੋਹਗੜ੍ਹ ਦੇ ਵਿੱਚ ਮਤਲਬ ਇੱਕ ਲੋਹਗੜ੍ਹ ਆਪਣਾ ਅਨੰਦਪੁਰ ਸਾਹਿਬ ਵਿਖੇ ਵੀ ਹੈ, ਠੀਕ ਹੈ। ਤਾਂ ਉੱਥੇ ਮਤਲਬ ਬੱਚੇ ਕਨਫਿਊਜ਼ ਹੋ ਜਾਂਦੇ ਨੇ। ਲੋਹਗੜ੍ਹ ਦਾ ਕਿਲ੍ਹਾ ਇਹਨਾਂ ਨੇ ਅੰਮ੍ਰਿਤਸਰ ਵਿਖੇ ਜਿਹੜਾ ਬਣਵਾਇਆ ਹੈਗਾ ਉਹ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਬਣਵਾਇਆ, ਠੀਕ ਹੈ ਜੀ। ਤਾਂ ਕਿਲ੍ਹੇਬੰਦੀ ਇਹਨਾਂ ਨੇ ਸਟਾਰਟ ਕਰਵਾਈ ਸੀ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਪੁੱਛ ਲਿਆ ਜਾਂਦਾ, ਸਿਟੀ ਇਸਟੈਬਲਿਸ਼ਡ, ਮਤਲਬ ਕਿਹੜੇ ਸ਼ਹਿਰ ਦੀ ਇਹਨਾਂ ਨੇ ਸਥਾਪਨਾ ਕੀਤੀ ਸੀ? ਉਹ ਕੀਤੀ ਸੀ ਕੀਰਤਪੁਰ ਸਾਹਿਬ ਦੀ, ਠੀਕ ਹੈ ਜੀ। ਕੀਰਤਪੁਰ ਸਾਹਿਬ ਦੀ ਇਹਨਾਂ ਨੇ ਸਥਾਪਨਾ ਕੀਤੀ ਸੀ, ਅਤੇ ਜਦੋਂ ਇਹ ਜੋਤੀ ਜੋਤ ਸਮਾਏ ਸੀ ਉਸ ਟਾਈਮ ਵੀ ਇਹ ਕੀਰਤਪੁਰ ਸਾਹਿਬ ਦੇ ਵਿੱਚ ਸੀਗੇ। ਅਤੇ ਲਾਸਟ ਇਹਨਾਂ ਨੇ 10 ਈਅਰ ਜਿਹੜੇ ਆਪਣੇ ਬਿਤਾਏ ਆ ਉਹ ਕੀਰਤਪੁਰ ਸਾਹਿਬ ਵਿਖੇ ਬਿਤਾਏ ਆ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਜਿਹੜਾ ਜ਼ਿਆਦਾਤਰ ਕੁਐਸਚਨ ਇਹਨਾਂ ਬਾਰੇ ਪੁੱਛ ਲਿਆ ਜਾਂਦਾ ਹੈ ਤਾਊਸ ਬਾਰੇ, ਠੀਕ ਹੈ ਜੀ। ਤਾਊਸ ਇੱਕ ਸਾਜ਼ ਹੈ, ਬਹੁਤ ਵਾਰੀ ਕੁਐਸਚਨ ਆਇਆ ਹੋਇਆ। ਤਾਂ ਇਹ ਸਾਜ਼ ਮਤਲਬ ਇਹਦੀ ਖੋਜ ਕਿਹਨੇ ਕੀਤੀ ਸੀ ਜਾਂ ਇਹ ਸਾਜ਼ ਕਿਹਨੇ ਲੈ ਕੇ ਆਂਦਾ ਸੀ? ਤਾਂ ਇਹ ਆਪਣੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਲੈ ਕੇ ਆਂਦਾ ਸੀ। ਤਾਊਸ ਮਤਲਬ ਇੱਕ ਮੋਰ ਦਾ ਬਣਿਆ ਹੋਇਆ ਸਾਜ਼ ਹੈ, ਠੀਕ ਹੈ। ਮੈਂ ਇੱਕ ਸ਼ਾਰਟ ਵੀ ਪਾਇਆ ਸੀ ਇਹਨੂੰ ਲੈ ਕੇ, ਇਹਦੀ ਪਿਕ ਵੀ ਉਹਦੇ ਵਿੱਚ ਪਾਈ ਹੋਈ ਹੈ। ਤਾਂ ਮੋਰ ਦਾ ਮਤਲਬ ਇੱਕ ਮੋਰ ਦੀ ਦਿੱਖ ਵਾਲਾ ਸਾਜ਼ ਹੈ ਇਹ, ਤਾਂ ਇਹ ਇਹਨਾਂ ਨੇ ਚਲਾਇਆ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਤਾਂ ਇਹ ਜਿਹੜੇ ਸਾਰੇ ਪੁਆਇੰਟ ਨੇ ਤੁਸੀਂ ਨੋਟ ਕਰ ਲਿਓ। ਤਾਂ ਇੱਕ ਇੱਕ ਪੁਆਇੰਟ ਇਹਨਾਂ ਦਾ ਬਹੁਤ ਇੰਪੋਰਟੈਂਟ ਹੈ, ਇਹਨਾਂ ਦੇ ਵਿੱਚੋਂ ਕੁਐਸਚਨ ਹਰ ਵਾਰ ਬਣਦਾ ਹੈ ਅਤੇ ਤੁਹਾਨੂੰ ਪੱਕਾ ਪੁੱਛਿਆ ਜਾਊਗਾ, ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ ਆਪਣੇ ਕੁਐਸਚਨ। ਪਹਿਲਾ ਜਿਹੜਾ ਕੁਐਸਚਨ ਹੈ, ਕਿਹੜੇ ਗੁਰੂ ਸਾਹਿਬਾਨ ਨੇ ਕਲਗੀ ਪਹਿਨਣ ਦੀ ਸ਼ੁਰੂਆਤ ਕੀਤੀ? ਵਿਚ ਗੁਰੂ ਸਾਹਿਬ ਸਟਾਰਟ ਵੀਅਰਿੰਗ ਕਲਗੀ, ਠੀਕ ਹੈ ਜੀ। ਤਾਂ ਕਿਹੋ ਜਿਹੇ ਕੁਐਸਚਨ ਤੁਹਾਨੂੰ ਪੁੱਟ ਕੀਤੇ ਜਾਂਦੇ ਨੇ? ਕੁਐਸਚਨ ਰੱਖਣ ਦਾ ਮੇਰਾ ਮਕਸਦ ਇਹੀ ਹੁੰਦਾ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੋ ਜਿਹੇ ਕੁਐਸਚਨ ਪੁੱਟ ਕੀਤੇ ਜਾਂਦੇ ਨੇ, ਠੀਕ ਹੈ ਜੀ। ਜਿਹੜੇ ਪਹਿਲਾਂ ਪੁੱਟ ਕੀਤੇ ਵੀ ਹੋਏ ਨੇ ਉਹ ਵੀ ਮੈਂ ਇਹਦੇ ਵਿੱਚ ਰੱਖਦਾ, ਠੀਕ ਹੈ, ਜਿਹੜੇ ਪਹਿਲਾਂ ਪੁੱਛੇ ਗਏ ਨੇ ਅਤੇ ਜਿਹੜੇ ਪੁੱਛਣ ਦੀ ਸੰਭਾਵਨਾ ਹੈ, ਠੀਕ ਹੈ ਜੀ। ਤਾਂ ਕਲਗੀ ਪਹਿਨਣ ਦੀ ਸ਼ੁਰੂਆਤ ਕਿਹਨਾਂ ਨੇ ਕੀਤੀ ਸੀ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਹੋਊਗਾ, ਸ਼੍ਰੀ ਗੁਰੂ ਹਰਗੋਬਿੰਦ ਜੀ, ਆਪਣੇ 6ਵੇਂ ਪਾਤਸ਼ਾਹ, ਠੀਕ ਹੈ ਜੀ। ਤਾਂ ਇਹਨਾਂ ਦਾ ਇੱਕ ਮਤਲਬ ਮਕਸਦ ਸੀ ਕਿ ਆਪਾਂ ਨੂੰ ਇੱਕ ਰੋਇਲ ਲੁੱਕ ਦੇਣੀ, ਮਤਲਬ ਜਿਹੜਾ ਤੁਹਾਡਾ ਗੁਰੂ ਹੈ ਉਹ ਇੱਕ ਮਤਲਬ ਉਹ ਦਿਖਣਾ ਚਾਹੀਦਾ ਕਿ ਇਹ ਗੁਰੂ ਹੈ, ਠੀਕ ਹੈ ਜੀ। ਤਾਂ ਮਤਲਬ ਮੁਗਲ ਇਹਨਾਂ ਨੂੰ ਈਜ਼ੀਲੀ ਲੈ ਰਹੇ ਸੀਗੇ, ਤਾਂ ਕਰਕੇ ਇਹ ਚੀਜ਼ ਇੱਕ ਰਿਐਕਸ਼ਨ ਦੇ ਤੌਰ 'ਤੇ ਨਿਕਲ ਕੇ ਬਾਹਰ ਆਈ ਕਿ ਤੁਸੀਂ ਸਾਨੂੰ ਈਜ਼ੀਲੀ ਨਾ ਲਓ, ਠੀਕ ਹੈ। ਤਾਂ ਇਹਨਾਂ ਨੇ ਆਪਣੇ ਟਰਬਨ ਦੇ ਉੱਤੇ ਮਤਲਬ ਕਲਗੀ ਪਹਿਨਣੀ ਸ਼ੁਰੂ ਕੀਤੀ, ਤਾਂ ਉੱਥੋਂ ਮਤਲਬ ਇੱਕ ਰਾਇਲ ਲੁੱਕ ਇਹਨਾਂ ਨੇ ਧਾਰਨ ਕੀਤੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਆਨਸਰ ਨੰਬਰ 3 ਸ਼੍ਰੀ ਗੁਰੂ ਹਰਗੋਬਿੰਦ ਜੀ। ਅਗਲਾ ਜਿਹੜਾ ਕੁਐਸਚਨ ਹੈ, ਕਿਹੜੇ ਗੁਰੂ ਸਾਹਿਬਾਨ ਸੱਚਾ ਪਾਤਸ਼ਾਹ ਕਹਾਏ? ਵਿਚ ਗੁਰੂ ਇਜ਼ ਕਾਲਡ ਸੱਚਾ ਪਾਤਸ਼ਾਹ? ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਜੀ ਜਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ? ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ, ਠੀਕ ਹੈ ਜੀ। ਅਤੇ ਆਪਣਾ ਸੈਸ਼ਨ ਜਿੰਨਾ ਵੀ ਮੈਂ ਤੁਹਾਨੂੰ ਆਪਣੇ ਸੈਸ਼ਨ ਦੇ ਵਿੱਚ ਕੁਐਸਚਨ ਕਰਵਾਉਣੇ ਆ ਅਤੇ ਜਿੰਨੇ ਵੀ ਫੈਕਟ ਕਰਵਾਉਣੇ ਆ, ਇਸ ਤੋਂ ਬਾਹਰ ਇੱਕ ਵੀ ਕੁਐਸਚਨ ਤੁਹਾਨੂੰ ਪੁੱਛਿਆ ਨਹੀਂ ਜਾਊਗਾ, ਆਪਣੇ ਸੈਸ਼ਨ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਆਉਣਗੇ, ਠੀਕ ਹੈ ਜੀ। ਤਾਂ ਕਰਕੇ ਤੁਹਾਨੂੰ ਕਹਿਣਾ ਕਿ ਆਪਣੇ ਜਿੰਨੇ ਵੀ ਸੈਸ਼ਨ ਅਪਲੋਡ ਹੋਏ ਨੇ ਪੰਜਾਬ ਜੀਕੇ ਦੇ, ਠੀਕ ਹੈ ਜੀ, ਪੋਲਿਟੀ, ਹਿਸਟਰੀ, ਜੋਗਰਾਫੀ, ਜਿੰਨੇ ਵੀ ਨੇ ਤੁਸੀਂ ਸਾਰੇ ਜਾ ਕੇ ਲਗਾਇਓ, ਤੁਹਾਨੂੰ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਬਹੁਤ ਫਾਇਦਾ ਦੇਣਗੇ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 3 ਆਊਗਾ, ਸ਼੍ਰੀ ਗੁਰੂ ਹਰਗੋਬਿੰਦ ਜੀ, ਠੀਕ ਹੈ ਜੀ। ਤਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਸੱਚਾ ਪਾਤਸ਼ਾਹ ਕਹਾਏ, ਠੀਕ ਹੈ ਜੀ। ਇਹ ਕੋਈ ਐਵੇਂ ਗੱਲ ਨਹੀਂ ਕਿ ਇਹ ਕੋਈ ਈਗੋਇਸਟਿਕ ਸੀਗੇ, ਠੀਕ ਹੈ। ਸੱਚਾ ਪਾਤਸ਼ਾਹ ਵੈਸੇ ਵੀ ਹੈਗੇ ਸੀ ਇਹ, ਬਟ ਇੱਕ ਟਰਮ ਯੂਜ਼ ਹੋਈ ਜਦੋਂ ਆਪਾਂ ਸਾਰੀ ਸਿੱਖ ਕਮਿਊਨਿਟੀ ਇਹਨਾਂ ਨੂੰ ਸੱਚਾ ਪਾਤਸ਼ਾਹ ਦੇ ਨਾਮ ਨਾਲ ਸੰਬੋਧਿਤ ਕਰਦੀ ਸੀ, ਤਾਂ ਮੁਗਲਾਂ ਦੇ ਵਿੱਚ ਮਤਲਬ ਇੱਕ ਖੌਫ ਪੈਦਾ ਹੁੰਦਾ ਸੀ, ਠੀਕ ਹੈ ਜੀ। ਤਾਂ ਉਹਨਾਂ ਨੂੰ ਇੱਕ ਇਹ ਰਾਇਲ ਲੁੱਕ ਇਹਨਾਂ ਦੀ ਸਾਹਮਣੇ ਆਈ, ਮਤਲਬ ਜਿਹੜੇ ਮੁਗਲ ਸੀਗੇ ਉਹ ਇਹਨਾਂ ਤੋਂ ਘਬਰਾਉਂਦੇ ਸੀ ਇਹ ਚੀਜ਼ ਨੂੰ ਸੁਣ ਕੇ, ਠੀਕ ਹੈ ਜੀ। ਤਾਂ ਕਰਕੇ ਇਹਨਾਂ ਨੇ ਰਿਐਕਸ਼ਨ ਦੇ ਤੌਰ 'ਤੇ ਇਹ ਚੀਜ਼ਾਂ ਲੈ ਕੇ ਆਈਆਂ। ਤਾਂ ਇਹਦਾ ਆਨਸਰ ਆਊਗਾ, ਆਨਸਰ ਨੰਬਰ 3 ਸ਼੍ਰੀ ਗੁਰੂ ਹਰਗੋਬਿੰਦ ਜੀ। ਅਗਲਾ ਜਿਹੜਾ ਕੁਐਸਚਨ ਹੈ, ਕਿਹੜੇ ਗੁਰੂ ਸਾਹਿਬਾਨ ਨੇ ਅੰਮ੍ਰਿਤਸਰ ਦੀ ਕਿਲ੍ਹਾਬੰਦੀ ਕਰਵਾਈ? ਇਹ ਕੁਐਸਚਨ ਇੰਨੇ ਕੁ ਵਾਰ ਪੁੱਛਿਆ ਗਿਆ, ਠੀਕ ਹੈ ਜੀ। ਤੁਸੀਂ ਪਿਛਲੇ ਪੇਪਰ ਦੇਖ ਸਕਦੇ ਹੋ, ਠੀਕ ਹੈ। ਤਾਂ ਫੋਰਟੀਫਿਕੇਸ਼ਨ ਕਿਹਨਾਂ ਨੇ ਕਰਵਾਈ? ਵਿਚ ਗੁਰੂ ਜੀ ਸਟਾਰਟਸ ਫੋਰਟੀਫਿਕੇਸ਼ਨ ਆਫ ਅੰਮ੍ਰਿਤਸਰ? ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਜੀ ਜਾਂ ਗੁਰੂ ਹਰਕ੍ਰਿਸ਼ਨ ਜੀ? ਤਾਂ ਇਹ ਕੁਐਸਚਨ ਬਹੁਤ ਵਾਰ ਪੁੱਛੇ ਗਏ ਨੇ, ਬਹੁਤ ਵਾਰ ਰਿਪੀਟ ਹੋਏ ਨੇ, ਤੁਸੀਂ ਚੈੱਕ ਕਰ ਸਕਦੇ ਹੋ ਪੇਪਰਾਂ ਦੇ ਵਿੱਚ।
ਕਿਲ੍ਹਾਬੰਦੀ ਦਾ ਕਰਵਾਉਣ ਦਾ ਮਕਸਦ ਇਹੀ ਸੀ ਕਿ ਮੁਗਲਾਂ ਤੋਂ ਰੱਖਿਆ ਕਰਨਾ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਆਊਗਾ। ਠੀਕ ਹੈ ਜੀ, ਗੁਰੂ ਹਰਗੋਬਿੰਦ ਜੀ ਇਹਦਾ ਆਨਸਰ ਆਊਗਾ। ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ। ਅਗਲਾ ਜਿਹੜਾ ਕੁਐਸਚਨ ਹੈ, ਕਿਹੜੇ ਗੁਰੂ ਸਾਹਿਬਾਨ ਨੇ ਮੀਰੀ ਅਤੇ ਪੀਰੀ ਨਾਮ ਦੀਆਂ 2 ਤਲਵਾਰਾਂ ਧਾਰਨ ਕੀਤੀਆਂ? ਵਿਚ ਗੁਰੂ ਜੀ ਵੀਅਰ 2 ਸਵਾਰਡਸ ਮੀਰੀ ਐਂਡ ਪੀਰੀ? ਵਿਚ ਗੁਰੂ ਜੀ ਵੀਅਰ 2 ਸਵਾਰਡਸ ਮੀਰੀ ਐਂਡ ਪੀਰੀ? ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਜੀ ਜਾਂ ਗੁਰੂ ਹਰਕ੍ਰਿਸ਼ਨ ਜੀ? 2 ਤਲਵਾਰਾਂ ਇਹਨਾਂ ਨੇ ਧਾਰਨ ਕੀਤੀਆਂ ਸੀ, ਮੀਰੀ ਅਤੇ ਪੀਰੀ। ਤਾਂ ਇਹਦਾ ਆਨਸਰ ਆਪਾਂ ਨੂੰ ਪਤਾ ਹੀ ਹੈ, ਸ਼੍ਰੀ ਗੁਰੂ ਹਰਗੋਬਿੰਦ ਜੀ। ਠੀਕ ਹੈ ਜੀ, ਤਾਂ ਮੀਰੀ ਮਤਲਬ ਵਰਡਲੀ ਪਥ, ਅਤੇ ਪੀਰੀ ਮਤਲਬ ਇਹ ਤੋਂ ਤੁਸੀਂ ਜੇ ਤੁਸੀਂ ਇਹਨੂੰ ਯਾਦ ਕਰਨਾ, ਇਹਦਾ ਇੱਕ ਤਰੀਕਾ ਹੈਗਾ। ਮੀਰੀ ਮਤਲਬ ਵਰਡਲੀ ਪਥ, ਇਹ ਤੁਹਾਡੇ ਇੱਕ ਯਾਦ ਹੋ ਜਾਊਗਾ। ਜਿਹੜਾ ਪੀਰੀ ਹੈ, ਪੀਰੀ ਮਤਲਬ ਪੀਰ ਮਤਲਬ ਆਪਾਂ ਕਿਸੇ ਧਾਰਮਿਕ ਸੂਫੀ ਸੰਤ ਨੂੰ ਜਾਂ ਕਿਸੇ ਨੂੰ ਆਪਾਂ ਧਾਰਮਿਕ ਬੰਦੇ ਨੂੰ ਆਪਾਂ ਪੀਰ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਪੀਰੀ ਤੋਂ ਤੁਸੀਂ ਯਾਦ ਕਰ ਸਕਦੇ ਹੋ ਕਿ ਧਾਰਮਿਕ ਰਿਲੀਜੀਅਸ ਪੱਖ ਦੇ ਲਈ ਜਿਹੜੀ ਪੀਰੀ ਹੈ ਉਹ ਸੀ, ਅਤੇ ਮੀਰੀ ਤੁਹਾਡੇ ਆਟੋਮੈਟਿਕਲੀ ਯਾਦ ਹੋ ਜਾਣੀ ਹੈ। ਠੀਕ ਹੈ ਜੀ, ਤਾਂ ਇਹਦਾ ਆਨਸਰ ਆਊਗਾ ਮੀਰੀ ਫॉर ਵਰਡਲੀ ਪਥ ਐਂਡ ਪੀਰੀ ਫॉर ਰਿਲੀਜੀਅਸ ਪਥ। ਠੀਕ ਹੈ, ਕਿ ਤੁਹਾਨੂੰ ਦੁਨੀਆਦਾਰੀ ਦੀ ਨੌਲੇਜ ਵੀ ਹੋਣੀ ਚਾਹੀਦੀ ਹੈ। ਠੀਕ ਹੈ, ਅਤੇ ਤੁਹਾਨੂੰ ਮਤਲਬ ਧਾਰਮਿਕ ਪੱਖ ਵੀ। ਠੀਕ ਹੈ, ਤਾਂ 2 ਟਾਈਪ ਦੀ ਇਹਨਾਂ ਨੇ ਤਲਵਾਰਾਂ ਧਾਰਨ ਕੀਤੀਆਂ ਸੀ। ਕਈ ਵਾਰੀ ਮੀਰੀ ਅਤੇ ਪੀਰੀ ਬਾਰੇ ਸਪੈਸ਼ਲੀ ਵੀ ਪੁੱਛ ਲਿਆ ਜਾਂਦਾ ਕਿ ਮੀਰੀ ਦਾ ਮਤਲਬ ਕੀ ਸੀ, ਪੀਰੀ ਦਾ ਕੀ ਸੀ। ਠੀਕ ਹੈ, ਅਤੇ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ। ਅਗਲਾ ਜਿਹੜਾ ਕੁਐਸਚਨ ਹੈ, ਤਾਊਸ ਇੱਕ ਸੰਗੀਤਕ ਸਾਜ਼ ਕਿਹੜੇ ਸਿੱਖ ਗੁਰੂ ਦੁਆਰਾ ਚਲਾਇਆ ਗਿਆ? ਤਾਊਸ ਇਜ਼ ਅ ਮਿਊਜ਼ੀਕਲ ਇੰਸਟਰੂਮੈਂਟ ਇੰਟਰੋਡਿਊਸ ਬਾਏ ਵਿਚ ਸਿੱਖ ਗੁਰੂ? ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਜੀ ਜਾਂ ਗੁਰੂ ਹਰਕ੍ਰਿਸ਼ਨ ਜੀ? ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਆਊਗਾ, ਗੁਰੂ ਹਰਗੋਬਿੰਦ ਜੀ। ਠੀਕ ਹੈ ਜੀ, ਆਪਾਂ ਪੜ੍ਹ ਕੇ ਗਏ ਇਹਦੇ ਬਾਰੇ, ਤਾਂ ਇਹ ਕੁਐਸਚਨ ਬਹੁਤ ਵਾਰੀ ਰਿਪੀਟ ਹੋਇਆ ਹੈ, ਤੁਸੀਂ ਯਾਦ ਕਰ ਲਿਓ, ਤਾਂ ਅੱਗੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਅਗਲਾ ਜਿਹੜਾ ਕੁਐਸਚਨ ਹੈ, ਇਹ ਕੁਐਸਚਨ ਵੀ ਬਹੁਤ ਵਾਰੀ ਰਿਪੀਟ ਹੋਇਆ ਹੈ, ਮਤਲਬ ਠੀਕ ਹੈ ਬਹੁਤ ਜ਼ਿਆਦਾ ਵਾਰ ਇਹ ਰਿਪੀਟ ਹੋਇਆ। 5 ਤਖਤਾਂ ਦੇ ਵਿੱਚੋਂ ਸਭ ਤੋਂ ਪੁਰਾਤਨ ਤਖਤ ਕਿਹੜਾ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਦੀ ਓਲਡੈਸਟ ਤਖਤ ਅਮੰਗ 5 ਤਖਤ ਸਾਹਿਬ? ਠੀਕ ਹੈ ਜੀ, ਤਾਂ ਸਭ ਤੋਂ ਪੁਰਾਣਾ ਤਖਤ ਕਿਹੜਾ, ਇਹ ਪੁੱਛ ਲਿਆ ਜਾਂਦਾ, ਬਹੁਤ ਵਾਰੀ ਪੁੱਛਿਆ ਗਿਆ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਹੋਊਗਾ, ਸ਼੍ਰੀ ਅਕਾਲ ਤਖਤ ਸਾਹਿਬ। ਇਹਦੀ ਉਸਾਰੀ ਕਿਹਨਾਂ ਨੇ ਕਰਵਾਈ ਸੀ? ਸ਼੍ਰੀ ਗੁਰੂ ਹਰਗੋਬਿੰਦ ਜੀ ਨੇ। ਠੀਕ ਹੈ ਜੀ, ਕਿੰਨੇ 'ਚ ਕਰਵਾਈ ਸੀ? 1609 ਈਸਵੀ ਦੇ ਵਿੱਚ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਆਊਗਾ, 1609 ਗੁਰੂ ਹਰਗੋਬਿੰਦ ਜੀ। ਕਿੱਥੇ ਹੈ ਇਹ? ਅੰਮ੍ਰਿਤਸਰ ਵਿਖੇ, ਸ਼੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ। ਠੀਕ ਹੈ ਜੀ, ਸਭ ਤੋਂ ਪੁਰਾਣਾ ਤਖਤ। ਅਗਲਾ ਜਿਹੜਾ ਕੁਐਸਚਨ ਹੈ, ਕੀਰਤਪੁਰ ਸਾਹਿਬ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ? ਕੀਰਤਪੁਰ ਸਾਹਿਬ ਸਿਟੀ ਵਾਜ਼ ਇਸਟੈਬਲਿਸ਼ਡ ਬਾਏ ਹੂਮ? ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਜੀ ਜਾਂ ਗੁਰੂ ਹਰਕ੍ਰਿਸ਼ਨ ਜੀ? ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਆਊਗਾ, ਗੁਰੂ ਹਰਗੋਬਿੰਦ ਜੀ। ਠੀਕ ਹੈ ਜੀ, ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਸ਼ਹਿਰ ਦੀ ਸਥਾਪਨਾ ਕੀਤੀ। ਅਗਲਾ ਜਿਹੜਾ ਕੁਐਸਚਨ ਹੈ, ਅੰਮ੍ਰਿਤਸਰ ਵਿਖੇ ਲੋਹਗੜ੍ਹ ਕਿਲ੍ਹਾ ਕਿਸ ਨੇ ਬਣਵਾਇਆ? ਕਿਲ੍ਹਾ ਲੋਹਗੜ੍ਹ ਐਟ ਅੰਮ੍ਰਿਤਸਰ ਵਾਜ਼ ਇਸਟੈਬਲਿਸ਼ਡ ਬਾਏ ਹੂਮ? ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਜੀ ਜਾਂ ਗੁਰੂ ਹਰਕ੍ਰਿਸ਼ਨ ਜੀ? ਤਾਂ ਕਿਲ੍ਹੇਬੰਦੀ, ਤੁਹਾਨੂੰ ਕਿਲ੍ਹੇਬੰਦੀ ਯਾਦ ਹੋਣੀ ਚਾਹੀਦੀ ਹੈ ਕਿ 6ਵੇਂ ਗੁਰੂ ਸਾਹਿਬਾਨ ਤੋਂ ਇਹ ਚੀਜ਼ਾਂ ਸਟਾਰਟ ਹੋਈਆਂ ਸੀ। ਇੱਕ ਰਾਇਲ ਲੁੱਕ, ਠੀਕ ਹੈ ਜੀ, ਕਿਲ੍ਹੇਬੰਦੀ ਕਰਾਉਣੀ, ਹਥਿਆਰ ਰੱਖਣੇ, ਇਹ ਸਭ ਕੁਛ ਗੁਰੂ ਹਰਗੋਬਿੰਦ ਜੀ ਤੋਂ ਸਟਾਰਟ ਹੋਈਆਂ ਸੀ ਇਹ ਚੀਜ਼ਾਂ। ਤਾਂ ਇਹਦਾ ਜਿਹੜਾ ਆਨਸਰ ਨੰਬਰ 3 ਆਊਗਾ। ਠੀਕ ਹੈ ਜੀ, ਤਾਂ ਗੁਰੂ ਹਰਗੋਬਿੰਦ ਜੀ। ਅਗਲਾ ਜਿਹੜਾ ਕੁਐਸਚਨ ਹੈ, ਗੁਰੂ ਹਰਗੋਬਿੰਦ ਜੀ ਦਾ ਸਮਕਾਲੀ ਸ਼ਾਸਕ ਕੌਣ ਸੀ? ਇਹ ਅਕਸਰ ਹੀ ਪੁੱਛ ਲਿਆ ਜਾਂਦਾ ਹੈ। ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 4 ਆਊਗਾ। ਇਹੋ ਜਿਹੇ ਕੁਐਸਚਨ ਤੁਹਾਨੂੰ ਆ ਸਕਦੇ ਆ, ਇੱਥੇ ਕਨਫਿਊਜ਼ ਨਾ ਹੋਇਓ। ਠੀਕ ਹੈ, ਜੇ ਤੁਸੀਂ ਚੰਗੀ ਤਰ੍ਹਾਂ ਪੜ੍ਹਿਆ ਤਾਂ ਤੁਸੀਂ ਕਦੇ ਵੀ ਕਨਫਿਊਜ਼ ਨਹੀਂ ਹੋਵੋਗੇ। ਗੁਰੂ ਹਰਗੋਬਿੰਦ ਜੀ ਦਾ ਸਮਕਾਲੀ 2 ਸ਼ਾਸਕ ਸੀਗੇ। ਠੀਕ ਹੈ ਜੀ, ਸ਼ਾਹਜਹਾਂ ਅਤੇ ਜਹਾਂਗੀਰ। ਤਾਂ ਇਹਦਾ ਆਨਸਰ ਤਾਂ ਕਰਕੇ 4 ਆਊਗਾ, ਤਾਂ ਆਨਸਰ ਨੰਬਰ 4। ਠੀਕ ਹੈ ਜੀ, ਅੱਜ ਦੇ ਸੈਸ਼ਨ ਦਾ ਜਿਹੜਾ ਲਾਸਟ ਕੁਐਸਚਨ ਹੈ, ਕਿਹੜੇ ਗੁਰੂ ਸਾਹਿਬਾਨ ਨੂੰ ਬੰਦੀ ਛੋੜ ਬਾਬਾ ਕਿਹਾ ਜਾਂਦਾ? ਠੀਕ ਹੈ ਜੀ, ਤਾਂ ਵਿਚ ਗੁਰੂ ਸਾਹਿਬ ਇਜ਼ ਕਾਲਡ ਬੰਦੀ ਛੋੜ ਬਾਬਾ? ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ, ਗੁਰੂ ਹਰਗੋਬਿੰਦ ਜੀ ਜਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ? ਤਾਂ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ ਅਤੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ 100%। ਠੀਕ ਹੈ ਜੀ, ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਨੇ। ਤਾਂ ਇਹਦਾ ਆਨਸਰ ਆਊ ਗੁਰੂ ਹਰਗੋਬਿੰਦ ਜੀ। ਜਿਹੜੀ ਆਪਾਂ ਦੀਵਾਲੀ ਮਨਾਉਂਦੇ ਹਾਂ, ਸਿੱਖ ਧਰਮ ਦੇ ਵਿੱਚ ਦੀਵਾਲੀ ਮਨਾਉਣ ਦਾ ਮਕਸਦ ਇਹੀ ਹੁੰਦਾ ਕਿ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਜੀ ਮਤਲਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਦੇ ਨਾਲ ਆਏ ਸੀਗੇ, ਕੈਦ ਦੇ ਵਿੱਚੋਂ ਛੁੱਟ ਕੇ। ਠੀਕ ਹੈ, ਕੈਦ ਕਿੱਥੇ ਸੀਗੇ? ਉਹ ਜਹਾਂਗੀਰ ਨੇ ਇਹਨਾਂ ਨੂੰ ਕੈਦ ਕੀਤਾ ਹੋਇਆ ਸੀ। ਤਾਂ ਉਸ ਦਿਨ ਦੀਵਾਲੀ ਮਨਾਈ ਸੀ, ਉਸ ਦਿਨ ਦੀਵੇ ਜਗਾਏ ਦੀ ਮਤਲਬ ਜਗਾਏ ਸੀਗੇ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦਾ ਜਿਹੜਾ ਆਨਸਰ ਨੰਬਰ 3 ਆਊਗਾ। ਤਾਂ ਨੀਚੇ ਮੈਂ ਮੈਂਸ਼ਨ ਵੀ ਕੀਤਾ, ਪ੍ਰਿਜ਼ਨਰ ਬਾਏ ਜਹਾਂਗੀਰ ਇਨ ਗਵਾਲੀਅਰ ਫੋਰਟ
ਰਿਲੀਜ਼ਡ ਇਨ 1619 ਦੇ ਵਿੱਚ ਇਹਨਾਂ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਇਹਨਾਂ ਦੇ ਨਾਲ 52 ਰਾਜੇ ਵੀ ਮਤਲਬ ਰਿਲੀਜ਼ ਹੋਏ ਸੀ। ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ ਆਪਣੇ ਸਿੱਖ ਧਰਮ ਦੇ ਵਿੱਚ ਦੀਵੇ ਜਲਾ ਕੇ ਇਹਨਾਂ ਦਾ ਸਵਾਗਤ ਕੀਤਾ ਗਿਆ ਸੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ 10 ਕੁਐਸਚਨ ਆਪਣੇ ਪੂਰੇ ਹੋ ਗਏ, ਠੀਕ ਹੈ ਜੀ। ਤਾਂ ਇਸ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਦੇਖਣ ਨੂੰ ਨਹੀਂ ਮਿਲੂਗਾ, ਆਪਣੇ ਸੈਸ਼ਨ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ। ਤਾਂ ਵੀਡੀਓ ਨੂੰ 2-3 ਵਾਰ ਰਿਵਾਈਜ਼ ਕਰ ਲਿਓ, ਠੀਕ ਹੈ ਜੀ। ਰਿਵਾਈਜ਼ ਕਰਨ ਦੇ ਨਾਲ ਤੁਹਾਡੇ ਵਧੀਆ ਤਰੀਕੇ ਨਾਲ ਯਾਦ ਹੋ ਜਾਣਗੇ। ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਅਤੇ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।